ਵਾਹਿਗੁਰੂ ਸਾਹਿਬ ਜੀ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਅੰਦਰ ਜੁੜ ਚੁੱਕੀ ਗੁਰੂ ਰੂਪ ਸਾਜੀ ਨਵਾਜੀ ਸਾਧ ਸੰਗਤ ਜੀਓ, ਬੜੇ ਹੀ ਵਡਭਾਗੇ ਹਾਂ ਜੋ ਲੜੀਵਾਰ 47 ਦਿਨ ਤਕਰੀਬਨ ਪੂਰੇ ਹੋ ਗਏ ਹਨ। 48ਵੇਂ ਦਿਨ ਅਸੀਂ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਸੰਥਿਆ ਦੀ ਕਲਾਸ ਵਿੱਚ ਜੁੜ ਚੁੱਕੇ ਹਾਂ। ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਨੇ ਰਹਿਮਤ ਕਰਕੇ ਇਹ ਆਪਣਾ ਕਾਰਜ ਆਪ ਆਰੰਭ ਕਰਵਾਇਆ ਸੀ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਆਪ ਹੀ ਅੱਜ ਇਸ ਬਾਣੀ ਦੀ ਵਿਆਖਿਆ ਅਰਥਾਂ ਸਮੇਤ ਸੰਪੂਰਨਤਾ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਸੋ ਗੁਰੂ ਸਾਹਿਬ ਨੇ ਬੜੀ ਰਹਿਮਤ ਕੀਤੀ ਹੈ। ਅਸੀਂ ਅੱਜ ਇਸ ਪਾਵਨ ਬਾਣੀ ਦੀ ਅਖੀਰਲੀ ਅਸ਼ਟਪਦੀ ਦੇ ਅਖੀਰਲੇ 4 ਪਦਿਆਂ ਦੀ ਵਿਚਾਰ ਕਰਕੇ ਤੇ ਇਸ ਬਾਣੀ ਦੀ ਸੰਪੂਰਨਤਾ ਕਰਨੀ ਹੈ। ਗੁਰੂ ਸਾਹਿਬ ਸਮਰੱਥਾ ਬਖਸ਼ਣ, ਚੜ੍ਹਦੀਆਂ ਕਲਾ ਬਖਸ਼ਣ। ਜਿਨ੍ਹਾਂ ਵੀ ਸੰਗਤਾਂ ਨੇ ਗੁਰੂ ਦੀ ਕਿਰਪਾ ਸਦਕਾ ਇਸ ਕਲਾਸ ਦੇ ਵਿੱਚ ਲਗਾਤਾਰ ਹਾਜ਼ਰੀ ਭਰੀ, ਗੁਰੂ ਸਾਹਿਬ ਨੇ ਸੇਵਾ ਲਈ, ਦਾਸਰਿਆਂ ਪਾਸੋਂ ਸੇਵਾ ਲਈ, ਅਸੀਂ ਗੁਰੂ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਆਪ ਸਭ ਸੰਗਤਾਂ ਨੇ ਬੜਾ ਹੀ ਪਿਆਰ ਦਿੱਤਾ ਹੈ। ਸੋ ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਇਸ ਪਾਵਨ ਬਾਣੀ ਦੀ ਆਰੰਭਤਾ ਅਖੀਰਲੇ ਪਦਿਆਂ ਦੀ ਜਿਹੜੀ ਅੱਜ ਦੀ ਵਿਚਾਰ ਹੈ, ਆਰੰਭਤਾ ਕਰਨ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਹੋਏ ਸਾਰੀ ਸੰਗਤ ਬੜੇ ਅਦਬ ਤੇ ਸਤਿਕਾਰ ਨਾਲ ਗੁਰਫਤਿਹ ਦੇ ਨਾਲ ਸਾਂਝ ਬਣਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੱਲ ਵਿਚਾਰਿਆ ਸੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਅਖੀਰਲੀ ਅਸ਼ਟਪਦੀ ਦੇ ਅੰਦਰ ਕਿ ਹੇ ਭਾਈ, ਜਿਹੜਾ ਸਦਾ ਅਟਲ ਰਹਿਣ ਵਾਲਾ ਹੈ, ਜਿਹਦਾ ਨਾਮ ਕਦੇ ਮਿਟਣ ਵਾਲਾ ਨਹੀਂ, ਹੈ ਭਾਈ, ਜਿਸ ਮਨੁੱਖ ਨੇ ਉਹਨੂੰ ਸਿਮਰਿਆ ਹੈ ਉਹਨੂੰ ਫਿਰ ਉਹ ਪੂਰਨ ਪ੍ਰਭੂ ਲੱਭ ਪਿਆ ਹੈ। ਤੇ ਕਿਸ ਤਰ੍ਹਾਂ ਮਿਲਿਆ ਸੀ? ਗੁਰੂ ਸਾਹਿਬ ਕਹਿੰਦੇ ਨੇ ਕਿ ਪੂਰੇ ਗੁਰ ਕਾ ਉਪਦੇਸ਼ ਸੁਣ ਕੇ। ਜਦੋਂ ਪੂਰੇ ਗੁਰ ਕਾ ਸੁਣੋ ਉਪਦੇਸ਼, ਗੁਰੂ ਸਾਹਿਬ ਕਹਿੰਦੇ ਨੇ ਪੂਰੇ ਗੁਰੂ ਦਾ ਉਪਦੇਸ਼ ਸੁਣ, ਪਾਰ ਬ੍ਰਹਮ ਨਿਕਟ ਕਰ ਪੇਖ। ਅਸੀਂ ਇਹ ਕੱਲ ਵਿਚਾਰੀ ਸੀ, ਮੈਂ ਆਪ ਜੀ ਦੇ ਸਕਰੀਨ ਦੇ ਸਾਹਮਣੇ ਲਿਆਂਦੀ ਸੀ ਇਹ ਪਾਵਨ ਬਾਣੀ। ਤੇ ਅੱਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ 5ਵੇਂ ਬੰਦ ਦੇ ਅੰਦਰ ਕਿ ਹੇ ਭਾਈ, ਉਹ ਜਿਹੜਾ ਮੁਕੰਮਲ ਪ੍ਰਭੂ ਹੈ, ਪਰਮਾਤਮਾ ਹੈ, ਸਦਾ ਕਾਇਮ ਰਹਿਣ ਵਾਲਾ, ਜਿਸ ਨੇ ਵੀ ਉਹਨੂੰ ਅਰਾਧਿਆ ਹੈ, ਉਹਨੇ ਉਹਦੇ ਗੁਣਾਂ ਨੂੰ ਪਾ ਲਿਆ ਹੈ, ਉਸ ਪੂਰਨ ਪ੍ਰਭੂ ਨੂੰ ਉਹ ਮਨੁੱਖ ਮਿਲ ਪੈਂਦਾ ਹੈ। ਤੇ ਮਿਲਿਆ ਹੋਇਆ ਮਨੁੱਖ ਫਿਰ ਸਦਾ ਉਹਦੇ ਗੁਣ ਗਾਏ, ਕਿਉਂਕਿ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ। ਹੇ ਭਾਈ ਸੰਤ ਜਨੋ, ਹੇ ਮਿੱਤਰ, ਅਕਾਲ ਪੁਰਖ ਦੀ ਸਿਫਤ ਸਲਾਹ ਕਰੋ। ਪ੍ਰਭ ਕੀ ਉਸਤਤ ਕਰਹੁ ਸੰਤ ਮੀਤ। हे गुरु के साजे नवाजे, गुरु के मित्रों, संत जनों, सारे रल के अकाल पुरख की सिफत सलाह करो। तो सिफत सलाह करनी किदां? ये ना होए कि मन भटकदा रहे,
ਤੇ ਕਦੇ ਮਨ ਕਿਤੇ ਖਿਆਲਾਂ ਵਿੱਚ ਉਡਾਰੀਆਂ ਮਾਰੇ, ਕਦੇ ਕਿਤੇ ਖਿਆਲਾਂ ਵਿੱਚ ਉਡਾਰੀਆਂ ਮਾਰੇ। ਗੁਰੂ ਸਾਹਿਬ ਕਹਿੰਦੇ ਨਹੀਂ, ਸਾਵਧਾਨ ਇਕਾਗਰ ਚੀਤ, ਸਾਵਧਾਨ ਧਿਆਨ ਨਾਲ, ਐਨ ਟਿਕਾਓ ਵਿੱਚ, ਮਨ ਕਿਤੇ ਖਿੰਡੇ ਨਾ, ਐਨ ਇੱਕ ਨਿਸ਼ਾਨਾ ਟਿਕਿਆ ਹੋਵੇ ਕਿ ਅਸੀਂ ਪ੍ਰਭੂ ਨੂੰ ਜਪਣਾ ਹੈ, ਪ੍ਰਭੂ ਦੀ ਸਲਾਹ ਕਰਨੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਇਕਾਗਰਤਾ ਵਿੱਚ ਬੈਠ ਕੇ, ਸਾਵਧਾਨ ਐਨ ਚਿੱਤ ਟਿਕਾ ਕੇ ਫਿਰ ਉਸ ਪ੍ਰਭੂ ਦੀ ਉਸਤਤ ਕਰ। ਕਿਉਂਕਿ ਜਿਹੜੀ ਬਾਣੀ ਪੜ੍ਹ ਰਹੇ ਆ ਨਾ, ਇਹ ਬਾਣੀ ਦਾ ਨਾਮ ਵੀ ਸੁਖਮਣੀ ਹੈ, ਸੁੱਖਾਂ ਦੀ ਮਣੀ ਹੈ, ਤੇ ਉਹ ਪ੍ਰਮਾਤਮਾ ਦਾ ਨਾਮ ਵੀ ਸੁੱਖਾਂ ਦੀ ਮਣੀ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਭਾਈ, ਅਸਲ ਵਿੱਚ ਇਹ ਸੁੱਖਾਂ ਦੀ ਮਣੀ ਜਿਹੜੀ ਤੂੰ ਲੱਭਦਾ ਪਿਆ ਨਾ ਸੰਸਾਰ ਦੇ ਅੰਦਰੋਂ, ਥਾਂ ਥਾਂ ਦੇ ਉੱਤੇ ਭਟਕਦਾ ਪਿਆ ਹੈ, ਇਹ ਸੁੱਖਾਂ ਦੀ ਮਣੀ ਹੈ, ਪ੍ਰਭੂ ਦਾ ਨਾਮ ਹੀ ਹੈ ਜਿਹੜਾ ਤੇਰੇ ਅੰਦਰ ਹੈ। हे ਭਾਈ, ਇਸ ਸੰਸਾਰ ਦੇ ਉੱਤੇ ਉਹ ਸੁੱਖਾਂ ਦੀ ਮਣੀ ਨਾਮ ਰੂਪੀ ਪ੍ਰਭੂ ਦਾ ਨਾਮ ਜਿਹੜਾ ਹੈ, ਉਹਦੀ ਜਿਹੜੀ ਸਿਫਤ ਸਲਾਹ ਹੈ ਨਾ, ਉਹ ਨਾਮ ਧਿਆ। ਕਿਉਂਕਿ ਸੁਖਮਣੀ ਸਹਿਜ ਅਡੋਲ ਅਵਸਥਾ ਦਾ ਜਿਹੜਾ ਖਜ਼ਾਨਾ ਹੈ ਨਾ, ਸੁੱਖਾਂ ਦੀ ਜਿਹੜੀ ਮਣੀ ਹੈ, ਜਿਹੜਾ ਰਤਨ ਹੈ, ਉਹ ਪ੍ਰਮਾਤਮਾ ਦਾ ਗੋਬਿੰਦ, ਧਰਤੀ ਨੂੰ ਪਾਲਣ ਵਾਲਾ, ਧਰਤੀ ਨੂੰ ਬਣਾਉਣ ਵਾਲਾ, ਉਹਦਾ ਅਸਲ ਵਿੱਚ ਨਾਮ ਹੀ ਜਿਹੜਾ ਹੈ ਉਹ ਸਹਿਜ ਭਾਵ ਅਡੋਲ ਅਵਸਥਾ ਦਾ ਰਤਨ ਹੈ। ਤੇ ਜਿਹੜਾ ਇਹ ਅਡੋਲ ਅਵਸਥਾ ਦਾ ਰਤਨ ਹੈ ਨਾ, ਪ੍ਰਮਾਤਮਾ ਦਾ ਨਾਮ, ਗੁਰੂ ਸਾਹਿਬ ਕਹਿੰਦੇ ਨੇ ਜਿਸ ਮਨ ਵਸੈ, ਜਿਸ ਮਨ ਦੇ ਅੰਦਰ ਉਹ ਵਸ ਜਾਂਦਾ ਹੈ, ਸੋ ਹੋਤ ਨਿਧਾਨ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਫਿਰ ਜਿਹਦੇ ਮਨ ਦੇ ਅੰਦਰ ਉਹ ਟਿਕ ਜਾਂਦਾ ਹੈ, ਵਸ ਜਾਂਦਾ ਹੈ, ਉਹਨੂੰ ਫਿਰ ਗੁਣਾਂ ਦਾ ਖਜ਼ਾਨਾ ਮਿਲ ਜਾਂਦਾ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਗੁਰੂ ਸਾਹਿਬ ਕਹਿੰਦੇ ਨੇ ਕਿ हे ਭਾਈ, ਉਸ ਮਨੁੱਖ ਦੀ ਫਿਰ ਸਾਰੀ ਇੱਛਾ, ਜਿਹੜੀ ਜਿੰਨੀਆਂ ਵੀ ਇੱਛਾਵਾਂ ਨੇ ਨਾ, ਉਹ ਪੂਰੀਆਂ ਹੋ ਜਾਂਦੀਆਂ ਨੇ। ਸਰਬ ਇੱਛਾ, ਜਿਹਦੇ ਮਨ ਅੰਦਰ ਗੁਣਾਂ ਦਾ ਖਜ਼ਾਨਾ ਵਸ ਗਿਆ, ਫਿਰ ਉਹਦੀਆਂ ਸਾਰੀਆਂ ਇੱਛਾਵਾਂ ਪੂਰਨ ਹੁੰਦੀਆਂ ਨੇ। ਗੁਰੂ ਸਾਹਿਬ ਕਹਿੰਦੇ ਨੇ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਲੋਏ ਦਾ ਭਾਵ ਅਰਥ ਹੈ ਲੋਕ ਵਿੱਚ, ਜਗਤ ਵਿੱਚ। ਫਿਰ ਉਹ ਬੰਦਾ ਜਿਹੜਾ ਹੈ, ਜਦੋਂ ਸੰਸਾਰ ਦੇ ਵਿੱਚ ਵਿਚਰਦਾ ਹੈ, ਜਗਤ ਦੇ ਵਿੱਚ ਵਿਚਰਦਾ ਹੈ, ਤੇ ਫਿਰ ਉਹ ਜਗਤ ਵਿੱਚ ਉੱਘਾ ਹੋ ਜਾਂਦਾ। ਲੋਕ ਕਹਿੰਦੇ ਨੇ ਕਿ ਇਹ ਸੰਤ ਜਨ ਹੈ, ਇਹ ਭਗਤ ਜਨ ਹੈ, ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ, ਉਹ ਫਿਰ ਇਸ ਸੰਸਾਰ ਦੇ ਵਿੱਚ, ਲੋਏ ਭਾਵ ਸੰਸਾਰ ਜਗਤ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਸਭ ਤੇ ਊਚ ਪਾਏ ਅਸਥਾਨ, ਬਹੁਰ ਨ ਹੋਵੈ ਆਵਣ ਜਾਣ। ਗੁਰੂ ਸਾਹਿਬ ਕਹਿੰਦੇ ਨੇ ਫਿਰ ਇਸ ਧਰਤੀ ਦੇ ਉੱਤੇ ਉਸ ਨੂੰ ਸਭ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ। ਫਿਰ ਉਹ ਮੁੜ ਮੁੜ ਜਨਮਦਾ ਤੇ ਮਰਦਾ ਨਹੀਂ, ਬਾਰ-ਬਾਰ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਆਉਣਾ ਨਹੀਂ ਪੈਂਦਾ। ਗੁਰੂ ਸਾਹਿਬ ਕਹਿੰਦੇ ਨੇ, ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸਹਿ ਪ੍ਰਾਪਤ ਹੋਏ। ਇਹ ਭਾਈ, ਉਹ ਮਨੁੱਖ ਪ੍ਰਭੂ ਦਾ ਨਾਮ ਰੂਪੀ ਜਿਹੜਾ ਧਨ ਹੈ, ਉਹ ਖੱਟ ਲੈਂਦਾ ਹੈ ਜਗਤ ਦੇ ਵਿੱਚ ਆਣ ਕੇ। ਹਰ ਧਨ ਖਾਟ, ਹਰੀ ਦੇ ਨਾਮ ਰੂਪੀ ਧਨ ਨੂੰ ਉਹ ਖੱਟ ਲੈਂਦਾ ਹੈ, ਤੇ ਇਸ ਸੰਸਾਰ ਦੇ ਉੱਤੇ ਫਿਰ ਚੱਲੈ ਜਨ ਸੋਏ। ਜਦੋਂ ਜਾਣ ਲੱਗਦਾ, ਉਹ ਨਾਮ ਧਨ ਖੱਟ ਕੇ ਜਾਂਦਾ ਹੈ, ਪਰ ਖੱਟ ਕੇ ਉਹੀ ਜਾਂਦਾ ਹੈ ਜਿਸ ਉੱਤੇ ਉਹ ਪ੍ਰਮਾਤਮਾ ਰਹਿਮਤ ਕਰਦਾ ਹੈ। ਨਾਨਕ ਜਿਸਹਿ ਪ੍ਰਾਪਤ ਹੋਏ, ਜਿਹਦੇ ਉੱਤੇ ਉਹ ਰਹਿਮਤ ਕਰਕੇ ਇਹ ਦਾਤ ਉਹਨੂੰ ਦਿੰਦਾ ਹੈ, ਉਹਨੂੰ ਹੀ ਇਹ ਦਾਤ ਮਿਲਦੀ ਹੈ, ਉਹਨੂੰ ਹੀ ਇਹ ਦਾਤ ਜਿਹੜੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ 6ਵੇਂ ਪਦੇ ਅੰਦਰ ਬਖਸ਼ਿਸ਼ ਕਰਦੇ ਨੇ, ਖੇਮ ਸਾਤ ਰਿੱਧ ਨਵ ਸਿੱਧ, ਖੇਮ ਸਾਤ ਰਿੱਧ ਨਵ ਨਿੱਧ,
ਬੁੱਧ ਗਿਆਨ ਸਰਬ ਤੈ ਸਿੱਧ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਜਿਹੜਾ ਅਟਲ ਸੁੱਖ ਹੈ ਨਾ, ਜਿਹਨੇ ਮਨ ਨੂੰ ਟਿਕਾਉਣਾ, ਉਹ ਰਿੱਧੀਆਂ ਤੇ ਸਿੱਧੀਆਂ ਨੌ ਖਜ਼ਾਨੇ, ਨਵ ਨਿੱਧ। ਗੁਰੂ ਸਾਹਿਬ ਕਹਿੰਦੇ ਨੇ ਉਹ 9 ਖਜ਼ਾਨੇ ਜਿਹੜੇ ਨੇ ਜਗਤ ਦੇ ਸਾਰੇ ਹੀ ਪਦਾਰਥ ਭਾਵ ਤੇ ਜਿਹੜੀਆਂ ਜਗਤ ਦੇ ਵਿੱਚ ਰਿੱਧੀਆਂ ਸਿੱਧੀਆਂ ਮੰਨੀਆਂ ਜਾਂਦੀਆਂ, ਉਹ ਸਾਰੀਆਂ ਰਿੱਧੀਆਂ ਸਿੱਧੀਆਂ ਇਹ ਭਾਈ ਇਸ ਸੰਸਾਰ ਦੇ ਉੱਤੇ ਉਹਨੂੰ ਮਿਲ ਜਾਂਦੀਆਂ ਹਨ। ਬੁੱਧ ਗਿਆਨ ਸਰਬ ਤੈ ਸਿੱਧ। ਗੁਰੂ ਸਾਹਿਬ ਕਹਿੰਦੇ ਨੇ ਹੇ ਭਾਈ, ਉਸ ਮਨੁੱਖ ਵਿੱਚ ਉਹ ਅਕਲ, ਬੁੱਧ, ਗਿਆਨ ਜਿਹੜਾ ਅਸੀਂ ਹਾਸਲ ਕਰਦੇ ਹਾਂ, ਜਿਹਦੇ ਨਾਲ ਉਹ ਉੱਤਮ ਪੁਰਸ਼ ਭਾਵ ਵਾਹਿਗੁਰੂ ਸਾਨੂੰ ਮਿਲਦਾ ਹੈ, ਜਿਹਦੇ ਨਾਲ ਪਤਾ ਚੱਲਦਾ ਹੈ ਕਿ ਉਹਦੇ ਨਿਯਮ ਕੀ ਹਨ, ਉਹਦੇ ਹੁਕਮ ਵਿੱਚ ਰਹਿਣਾ ਕਿਸ ਤਰ੍ਹਾਂ ਹੈ। ਗੁਰੂ ਸਾਹਿਬ ਕਹਿੰਦੇ ਨੇ ਉਹ ਗਿਆਨ ਵੀ ਫਿਰ ਜਿਹੜਾ ਵਾ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਸਰਬ ਤੈ ਸਿੱਧ, ਸਿੱਧ ਦਾ ਭਾਵ ਹੈ ਕਰਾਮਾਤਾਂ। ਰਿੱਧੀਆਂ ਸਿੱਧੀਆਂ ਤਾਂ ਹੀ ਮਨੁੱਖ ਕਰਦਾ ਨਾ, ਜਾ ਕੇ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਗੁਫਾਵਾਂ ਦੇ ਵਿੱਚ ਬੈਠ ਕੇ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਉਸ ਮਨੁੱਖ ਨੂੰ ਫਿਰ ਜਿੱਥੇ ਮਨ ਦਾ ਟਿਕਾਓ ਰਿੱਧੀਆਂ ਸਿੱਧੀਆਂ 9 ਖਜ਼ਾਨੇ ਭਾਵ ਸਭ ਪਦਾਰਥ ਜਗਤ ਦੇ ਮਿਲ ਜਾਂਦੇ ਨੇ ਨਾ, ਉਹਨੂੰ ਫਿਰ ਅਕਲ, ਗਿਆਨ ਤੇ ਕਰਾਮਾਤਾਂ ਵੀ ਉਸ ਮਨੁੱਖ ਦੇ ਵਿੱਚ ਆ ਜਾਂਦੀਆਂ ਹਨ। ਵਿਦਿਆ, ਤਪ, ਜੋਗ, ਪ੍ਰਭ ਧਿਆਨ। ਇਹ ਭਾਈ, ਇਸ ਸੰਸਾਰ ਦੇ ਵਿੱਚ ਵਿਦਿਆ, ਤਪ, ਜੋਗ ਸਿੱਧੇ ਅਰਥ ਨੇ ਜੋਗੀਆਂ ਦੇ, ਤਪ ਸਾਧਨੇ, ਜੋਗ ਸਾਧਨਾ ਕਰਨੀ, ਤੇ ਪ੍ਰਭ ਧਿਆਨ, ਅਕਾਲ ਪੁਰਖ ਦਾ ਧਿਆਨ। ਇਹ ਸਾਰੇ ਗੁਣ ਜਿਹੜੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਦੇ ਵਿੱਚ ਬਿਆਨ ਕਰ ਰਹੇ ਨੇ। ਖੇਮ, ਸ਼ਾਂਤ, ਰਿੱਧ, ਨਵ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ, ਤਪ, ਜੋਗ, ਪ੍ਰਭ ਧਿਆਨ। ਤੇ ਗੁਰੂ ਸਾਹਿਬ ਕਹਿੰਦੇ ਨੇ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਫਿਰ ਸ੍ਰੇਸ਼ਟ ਗਿਆਨ, ਚੰਗੇ ਤੋਂ ਚੰਗਾ ਭਾਵ ਤੀਰਥਾਂ ਦਾ ਇਸ਼ਨਾਨ, ਜਿਹੜਾ ਉੱਤਮ ਇਸ਼ਨਾਨ ਹੈ। ਇਹ 4 ਪਦਾਰਥ ਕਮਲ ਪ੍ਰਗਾਸ। 4 ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਤੇ ਮੋਖ। ਇਹ ਭਾਈ ਚਾਰੇ ਪਦਾਰਥ ਜਿਹੜੇ ਨੇ ਹਿਰਦੇ ਕਮਲ ਦਾ ਖੇੜਾ ਹਨ। ਸਭ ਕੈ ਮਦ ਸਗਲ ਤੇ ਉਦਾਸ। ਤੇ ਸਾਰਿਆਂ ਦੇ ਵਿੱਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ। ਇਹ ਗੁਰੂ ਉਸ ਮਨੁੱਖ ਦੀ ਜਿਹੜੀ ਆ ਉਹ ਅਵਸਥਾ ਦੱਸਦੇ ਪਏ ਨੇ। ਸੁੰਦਰ ਚਤੁਰ ਤਤ ਕਾ ਬੇਤਾ। ਗੁਰੂ ਸਾਹਿਬ ਕਹਿੰਦੇ ਨੇ ਸੋਹਣਾ, ਸਿਆਣਾ ਤੇ ਜਗਤ ਦੇ ਮੂਲ ਪ੍ਰਭੂ ਦਾ ਮਹਰਮ। ਸਮਦਰਸੀ ਏਕ ਦ੍ਰਿਸ਼ਟੇਤਾ। ਸਭ ਨੂੰ ਇੱਕੋ ਜਿਹਾ ਜਾਣਨਾ ਤੇ ਸਭ ਨੂੰ ਇੱਕੋ ਨਜ਼ਰ ਨਾਲ ਵੇਖਣਾ। ਸਮਦਰਸੀ, ਸਭ ਨੂੰ ਇੱਕੋ ਜਿਹਾ ਵੇਖਣ ਵਾਲਾ। ਦ੍ਰਿਸ਼ਟੇਤਾ, ਵੇਖਣ ਵਾਲਾ, ਇੱਕੋ ਨਜ਼ਰ ਨਾਲ ਤੱਕਣ ਵਾਲਾ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਸਾਰੇ ਫਲ ਜਿਹੜੇ ਨੇ ਨਾ, ਜਿਹੜੇ ਉੱਤੇ ਗਿਣ ਕੇ ਆਏ ਆ, ਜਦੋਂ ਉਹ ਗੁਰੂ ਦੇ ਬਚਨ ਮੰਨ ਲੈਂਦਾ ਹੈ, ਗੁਰ ਨਾਨਕ ਨਾਮ ਬਚਨ ਮਨ ਸੁਣੇ, ਜਦੋਂ ਉਹ ਗੁਰੂ ਦੇ ਉਪਦੇਸ਼, ਪ੍ਰਮਾਤਮਾ ਦੇ, ਪ੍ਰਭੂ ਦੇ ਨਾਮ ਦੀ ਵਡਿਆਈ ਦੇ ਗੁਣਾਂ ਨੂੰ, ਗੁਰੂ ਦੇ ਬਚਨ ਸੁਣ ਲੈਂਦਾ ਹੈ ਨਾ, ਜੋ ਗੁਰੂ ਆਖਦਾ ਹੈ, ਜੋ ਗੁਰੂ ਪ੍ਰਮਾਤਮਾ ਦੇ ਨਾਮ ਦੀ ਉਸਤਤ ਕਰਦਾ ਹੈ, ਜਦੋਂ ਮਨੁੱਖ ਦੇ ਕੰਨਾਂ ਵਿੱਚ ਪੈ ਜਾਂਦਾ ਹੈ, ਤੇ ਫਿਰ ਜਿਹੜੇ ਉਤਲੇ ਫਲ ਹੈ ਨਾ, ਇਹ ਫਲ ਤਿਸ ਜਨ ਕੈ ਮੁਖ ਭਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਇਹ ਸਾਰੇ ਫਲ ਉਸ ਮਨੁੱਖ ਦੇ ਅੰਦਰ ਆ ਵਸਦੇ ਨੇ, ਜੋ ਗੁਰੂ ਦੇ ਬਚਨ ਤੇ ਪ੍ਰਭੂ ਨਾਮ ਮੂੰਹੋਂ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ। 3 ਗੱਲਾਂ ਨੇ, ਇੱਕ ਮਨ ਲਾ ਕੇ ਸੁਣਨਾ, ਦੂਜੇ ਗੁਰੂ ਦੇ ਬਚਨਾਂ ਨੂੰ ਉਚਾਰਨਾ, ਤੇ ਫਿਰ ਉਹਨਾਂ ਦੀ ਕਮਾਈ ਕਰਨੀ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਜਪਿਆ, ਗੁਰੂ ਦੇ ਨਾਮ ਨੂੰ ਆਰਾਧਿਆ, ਗੁਰੂ ਦੇ ਨਾਮ ਨੂੰ ਸੁਣਿਆ, ਪਰਮਾਤਮਾ ਦੀ ਵਡਿਆਈ ਕੀਤੀ, ਉਹਨਾਂ ਦੇ ਅੰਦਰ
ਜੋ ਅਸੀਂ ਉੱਪਰ ਸਾਰੇ ਗਿਆਨ ਪੜ੍ਹ ਕੇ ਆਏ ਹਾਂ ਨਾ, ਕਿ ਖੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤਹਿ ਸਿੱਧ, ਉਹਨੂੰ ਬੁੱਧੀ ਜਿਹੜੀ ਹੈ ਉਹ ਹਾਸਲ ਹੋ ਜਾਂਦੀ ਹੈ, ਭਾਵ ਅਕਲ ਗਿਆਨ ਤੇ ਸਿੱਧ ਭਾਵ ਕਰਾਮਾਤਾਂ। ਵਿਦਿਆ ਵਿਦਿਆ ਜਿਹੜੀ ਹੈ ਤਪ, ਜਿਹੜਾ ਤਪ ਸਾਧਦੇ ਨੇ ਯੋਗ, ਉਹ ਯੋਗ ਸਾਧਨਾ ਉਹਨਾਂ ਨੂੰ ਫਿਰ ਘਰਾਂ ਬਾਹਰ ਨਹੀਂ ਨਿਕਲਣਾ ਪੈਂਦਾ। ਚਾਰ ਪਦਾਰਥ ਜਿਹੜੇ ਨੇ ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰੇ ਪਦਾਰਥ ਜਿਹੜੇ ਨੇ ਉਹਨੂੰ ਮਿਲ ਜਾਂਦੇ ਨੇ। ਇਹ ਭਾਈ ਉਸ ਜਗਤ ਵਿੱਚ ਰਹਿੰਦਿਆਂ ਹੋਇਆਂ ਸਭ ਕੈ ਮਦ, ਭਾਵ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਸਭ ਤੋਂ ਉਪਰਾਮ ਰਹਿੰਦਾ ਹੈ। ਸੁੰਦਰ ਚਤੁਰ ਤਤ ਕਾ ਬੇਤਾ, ਉਹ ਸੋਹਣਾ ਹੈ ਸਿਆਣਾ ਹੈ, ਤੇ ਜਿਹੜਾ ਜਗਤ ਦੇ ਮੂਲ ਹੈ ਨਾ ਭਾਵ ਪ੍ਰਭੂ, ਉਹਦਾ ਮਹਿਰਮ ਹੈ। ਸਮਦਰਸੀ ਏਕ ਦ੍ਰਿਸ਼ਟੇਤਾ, ਉਹ ਫਿਰ ਸਾਰਿਆਂ ਨੂੰ ਇੱਕੋ ਜਿਹਾ ਜਾਣਦਾ, ਇੱਕੋ ਨਜ਼ਰ ਨਾਲ ਵੇਖਦਾ ਹੈ, ਬਰਾਬਰ ਤੱਕਦਾ ਹੈ। ਇਹ ਭਾਈ ਇਹ ਸਾਰੇ ਫਲ ਜਿਹੜੇ ਨੇ ਇਹ ਫਿਰ ਉਸ ਮਨੁੱਖ ਦੇ ਅੰਦਰ ਆ ਜਾਂਦੇ ਨੇ, ਜੋ ਉੱਪਰਲੀਆਂ ਸਾਰੀਆਂ ਕਰਮ ਜਿਹੜੇ ਨੇ ਉਹ ਘਰ ਬੈਠਿਆਂ ਪ੍ਰਭੂ ਦਾ ਨਾਮ ਜਪਦਾ, ਉਹਦੇ ਅੰਦਰ ਸਾਰਾ ਕੁਝ ਹੀ ਆ ਜਾਂਦਾ ਹੈ। ਜੋ ਉੱਪਰਲੇ ਬਚਨ ਨੇ ਨਾ, ਉਹ ਸਾਰੇ ਕੁਝ ਉਹਦੇ ਅੰਦਰ ਸੁੱਤੇ ਸਿੱਧ ਹੋ ਜਾਂਦੇ ਨੇ। ਉਹਨੂੰ ਫਿਰ ਯੋਗ ਸਾਧਨਾ ਵਾਸਤੇ ਯੋਗ ਮਤ ਧਾਰਨ ਨਹੀਂ ਕਰਨਾ ਪੈਂਦਾ, ਉਹਨੂੰ ਫਿਰ ਅਕਲ ਲੈਣ ਵਾਸਤੇ ਕਿਸੇ ਸਿਆਣੇ ਪੁਰਸ਼ ਕੋਲ ਬਹਿਣਾ ਨਹੀਂ ਪੈਂਦਾ। ਉਹ ਤੇ ਕੇਵਲ ਗੁਰੂ ਦੇ ਕੋਲੋਂ ਗਿਆਨ ਹਾਸਲ ਕਰਕੇ ਤੇ ਪਰਮਾਤਮਾ ਦਾ ਨਾਮ ਸਿਮਰ ਕੇ ਹੀ ਸੁੱਤੇ ਸਿੱਧ ਜਿਹੜਾ ਵਾ ਉਹ ਕਮਾ ਲੈਂਦਾ ਹੈ, ਉਹਦੇ ਕੋਲ ਸਭ ਕੁਝ ਆ ਜਾਂਦਾ ਹੈ। ਸਤਿਗੁਰੂ ਜੀ 7ਵੇਂ ਬੰਦ ਅੰਦਰ ਜ਼ਿਕਰ ਕਰਦੇ ਹਨ, ਇਹ ਨਿਦਾਨ ਜਪੈ ਮਨ ਕੋਏ, ਸਭ ਜੁਗ ਮਹਿ ਤਾ ਕੀ ਗਤ ਹੋਏ। ਇਹ ਭਾਈ ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਵੀ ਮਨੁੱਖ ਇਸ ਨਾਮ ਨੂੰ, ਜੋ ਗੁਣਾਂ ਦਾ ਖਜ਼ਾਨਾ ਹੈ ਜਪਦਾ ਹੈ, ਇਹ ਨਿਧਾਨ, ਇਹ ਖਜ਼ਾਨਾ ਜਿਹੜਾ ਹੈ ਨਾ ਗੁਣਾਂ ਦਾ ਖਜ਼ਾਨਾ, ਜਪੈ ਮਨ ਕੋਏ, ਮਨ ਲਾ ਕੇ ਕੋਈ ਜਪਦਾ ਹੈ, ਸਭ ਜੁਗ ਮਹਿ ਤਾ ਕੀ ਗਤ ਹੋਏ, ਫਿਰ ਸਾਰੀ ਜਗਤ ਦੇ ਅੰਦਰ ਸਾਰੀ ਸ੍ਰਿਸ਼ਟੀ ਦੇ ਅੰਦਰ ਸਭ ਜੁਗ ਮਹਿ ਤਾ ਕੀ ਗਤ ਹੋਏ। ਜ਼ਿੰਦਗੀ ਦਾ ਜਿੰਨਾ ਵੀ ਸਮਾਂ ਹੈ ਨਾ, ਸਾਰੀ ਉਮਰ ਉਸ ਦੀ ਉੱਚੀ ਆਤਮਿਕ ਅਵਸਥਾ ਬਣੀ ਰਹਿੰਦੀ ਹੈ। ਮਾਫ ਕਰਨਾ, ਇੱਥੇ ਜਿਹੜਾ ਸ਼ਬਦ ਯੁੱਗ ਆਇਆ, ਯੁੱਗਾਂ ਦੇ ਪ੍ਰਥਾਏ ਨੇ। ਇਹ ਸ਼ਬਦ ਜਿਹੜਾ ਯੁੱਗ ਆਇਆ ਨਾ, ਸਭ ਯੁੱਗ ਮਹਿ, ਭਾਵ ਜਿੰਨੀ ਵੀ ਤੇਰੀ ਯੁੱਗ ਵਿੱਚ ਸਮਾਂ, ਇੱਥੇ ਸਮੇਂ ਦੇ ਪ੍ਰਥਾਏ ਆਇਆ। ਜਿੰਨਾ ਵੀ ਸਮਾਂ ਤੈਨੂੰ ਮਿਲਿਆ ਨਾ, ਜਿੰਨੀ ਮੋਹਲਤ ਮਿਲੀ ਹੈ ਪਰਮਾਤਮਾ ਦੇ ਵੱਲੋਂ, ਜਿੰਨੀ ਉਮਰ ਮਿਲੀ ਹੈ, ਉਹ ਫਿਰ ਸਾਰੀ ਉਮਰ ਉੱਚੀ ਆਤਮਿਕ ਅਵਸਥਾ ਉਹਦੀ ਬਣੀ ਰਹਿੰਦੀ ਹੈ। ਸਭ ਯੁੱਗ ਮਹਿ ਤਾ ਕੀ ਗਤ ਹੋਏ। ਗਤ ਕਹਿੰਦੇ ਨੇ ਉੱਚੀ ਅਵਸਥਾ ਨੂੰ। ਇੱਥੇ ਜਿਹੜਾ ਸ਼ਬਦ ਗਤ ਆਇਆ ਨਾ, ਇਹ ਉੱਚੀ ਅਵਸਥਾ ਦੇ ਬਾਬਤ ਆਇਆ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਗੁਣ ਗੋਬਿੰਦ ਨਾਮ ਤੁਨ ਬਾਣੀ। ਹੇ ਭਾਈ, ਉਸ ਮਨੁੱਖ ਦੇ ਬਚਨ ਵੀ ਜਿਹੜੇ ਉਹ ਬਚਨ ਉਚਾਰਦਾ, ਵੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌਂ ਦੇ ਵਿੱਚ ਹੀ ਹੁੰਦੇ ਨੇ। ਭਾਵ ਜਦੋਂ ਵੀ ਉਹ ਗੱਲ ਕਰਦਾ, ਫਿਰ ਉਹ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦੀ ਗੱਲ ਕਰਦਾ। ਕੋਈ ਸੰਸਾਰੀ ਗੱਲ ਵੀ ਕਰੇ ਤੇ ਉਹਦੇ ਵਿੱਚੋਂ ਪਰਮਾਤਮਾ ਦੀ ਉਸਤਤ ਦੀ ਗੱਲ ਹੀ ਨਜ਼ਰ ਆਉਂਦੀ ਹੈ, ਭਲਾਈ ਦੀ ਗੱਲ ਹੀ ਨਜ਼ਰ ਆਉਂਦੀ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਉਹਦੇ ਅੰਦਰ ਮਨ ਦੇ ਅੰਦਰੋਂ ਵੀ ਉਸ ਤਰ੍ਹਾਂ ਦੇ ਫੁਰਨੇ ਫੁੱਲਦੇ ਨੇ ਜਿਸ ਤਰ੍ਹਾਂ ਉਹ ਪ੍ਰਮਾਤਮਾ ਦੀ ਬਾਣੀ ਉਚਾਰ ਰਿਹਾ ਹੋਵੇ। ਸਿਮਰਿਤ ਸਿਮਰਿਤ, ਇਹ ਸ਼ਬਦ ਧਿਆਨ ਨਾਲ ਸਰਵਣ ਕਰਿਓ ਜੀ। ਸਾਰੇ ਅੱਖਰਾਂ ਨੂੰ ਸਿਹਾਰੀ ਲੱਗੀ ਹੈ। ਸੱਸੇ ਨੂੰ ਸਿਹਾਰੀ, ਮੰਮੇ ਨੂੰ ਸਿਹਾਰੀ ਜਿਹੜੀ ਹੈ ਉਹ ਪੈਰ ਚਰਾਰੇ ਨੂੰ ਬੋਲੀ ਜਾਣੀ ਹੈ ਜੀ। ਸੱਸੇ ਨੂੰ ਸਿਹਾਰੀ ਮੰਮਾ ਸਿਮ, ਰਾਰੇ ਨੂੰ ਸਿਹਾਰੀ ਤੱਤੇ ਨੂੰ ਸਿਹਾਰੀ ਸਿਮਰਿਤ। ਸਿਮਰਿਤ ਸਿਮਰਿਤ ਸ਼ਾਸਤਰ ਵੇਦ ਬਖਾਣੀ, ਫਿਰ ਸਰਵਣ ਕਰਿਓ ਜੀ। ਸਿਮਰਿਤ ਸ਼ਾਸਤਰ ਵੇਦ ਬਖਾਣੀ, ਇਹ ਜਿਹੜਾ ਸ਼ਬਦ ਹੈ ਸਿਮਰਤੀਆਂ ਦੇ ਪ੍ਰਥਾਏ ਆਇਆ, ਸ਼ਾਸਤਰਾਂ ਦੇ ਪ੍ਰਥਾਏ ਆਇਆ, ਵੇਦਾਂ ਦੇ ਪ੍ਰਥਾਏ ਆਇਆ। ਗੁਰੂ ਸਾਹਿਬ ਕਹਿੰਦੇ ਨੇ ਜਿਹੜੀਆਂ ਸਿਮਰਤੀਆਂ ਨੇ, ਸ਼ਾਸਤਰ ਨੇ, ਵੇਦ ਨੇ, ਉਹਨਾਂ ਵਿੱਚ ਵੀ ਇਹ ਗੱਲ ਆਖੀਏ ਕਿ ਸਗਲ ਮਤਾਂਤ ਕੇਵਲ ਹਰ ਨਾਮ, ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ। ਗੋਬਿੰਦ ਭਗਤ ਕੈ ਮਨ ਬਿਸਰਾਮ, ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿੱਚ ਹੁੰਦਾ ਹੈ। ਪ੍ਰਭੂ ਦੇ ਜੋ ਬੰਦਗੀ ਕਰਨ ਵਾਲਾ ਮਨੁੱਖ ਹੈ ਉਹਦੇ ਅੰਦਰ ਹੁੰਦਾ ਹੈ।
ਕੋਟ ਅਪਰਾਧ ਸਾਧ ਸੰਗ ਮਿਟੈ। ਜੋ ਮਨੁੱਖ ਨਾਮ ਜਪਦਾ ਹੈ ਉਸਦੇ ਕਰੋੜਾਂ ਪਾਪ ਸਤ ਸੰਗ ਵਿੱਚ ਰਹਿ ਕੇ ਮਿਟ ਜਾਂਦੇ ਹਨ। ਸੰਤ ਕਿਰਪਾ ਤੇ ਜਮ ਤੇ ਛੁਟੈ। ਹੇ ਭਾਈ, ਇਸ ਸੰਸਾਰ ਦੇ ਵਿੱਚ ਜੋ ਮਨੁੱਖ ਨਾਮ ਜਪਦਾ ਹੈ ਉਸਦੇ ਕਰੋੜਾਂ ਪਾਪ ਜਿਹੜੇ ਨੇ ਉਹ ਮਿਟ ਜਾਂਦੇ ਹਨ। ਪਰ ਮਿਟਦੇ ਤਬ ਨੇ ਜੇ ਜਦ ਉਹ ਸਤ ਸੰਗਤ ਵਿੱਚ ਆਵੇ। ਕਈ ਵਾਰ ਸਾਡੇ ਮਨ ਦੀ ਭਾਵਨਾ ਹੁੰਦੀ ਹੈ ਕਿ ਕੀ ਜਾਣਾ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਵਿੱਚ ਜਾ ਕੇ ਅਸੀਂ ਕੀ ਲੈਣਾ ਹੈ, ਜਦੋਂ ਅਸੀਂ ਘਰੇ ਹੀ ਨਾਮ ਜਪ ਲੈਂਦੇ ਹਾਂ। ਭਾਈ, ਸਤ ਸੰਗਤ ਵਿੱਚ ਜਾਣ ਦਾ ਲਾਭ ਇਹ ਹੁੰਦਾ ਕਿ ਜਦੋਂ ਮਨੁੱਖ ਸਤ ਸੰਗਤ ਵਿੱਚ ਬੈਠਦਾ ਫਿਰ ਉਹਨੂੰ ਪਤਾ ਚੱਲਦਾ ਕਿ ਸਤ ਸੰਗਤ ਵਿੱਚ ਕਿੰਨੇ ਭਲੇ ਪੁਰਸ਼ ਆਏ ਨੇ ਜਿਹੜੇ ਨਾਮ ਦੇ ਅਭਿਆਸ ਕਰਦੇ ਨੇ। ਤੇ ਫਿਰ ਉੱਥੇ ਇਹ ਵੀ ਪਤਾ ਚੱਲਦਾ ਕਿ ਕਈ ਪਖੰਡੀ ਵੀ ਆਏ ਨੇ ਜਿਹੜਾ ਨਿਰਾ ਪਖੰਡ ਕਰਕੇ ਚਲੇ ਜਾਂਦੇ ਨੇ। ਫਿਰ ਜਿਹੜਾ ਆਪਣੇ ਮਨ ਦੀ ਹਉਮੈ ਆ ਤੇ ਅਹੰਕਾਰ ਹੈ ਉਹ ਟੁੱਟ ਜਾਂਦਾ ਜਦੋਂ ਕੋਈ ਸਤ ਸੰਗਤ ਵਿੱਚ ਬੈਠ ਕੇ ਨਾਮ ਜਪਦਾ, ਨਾਮ ਅਰਾਧਦਾ। ਫਿਰ ਆਪਣੇ ਮਨ ਦੀ ਅਵਸਥਾ ਦਾ ਵੀ ਪਤਾ ਚੱਲਦਾ। ਉਦਾਹਰਨ ਦੇ ਤੌਰ ਤੇ ਘਰ ਵਿੱਚ ਅਸੀਂ 4 ਜੀ ਹਾਂ, 4 ਜੀਆਂ ਦੇ ਵਿੱਚ ਸਾਡਾ ਆਪਣਾ ਪਿਆਰ ਸਤਿਕਾਰ ਬਣਿਆ ਹੋਇਆ, ਪਰ 5ਵਾਂ ਜੀ ਕੋਈ ਆ ਜਾਵੇ ਤੇ 2-4 ਦਿਨ ਸਾਡੇ ਘਰ ਵਿੱਚ ਰਹਿ ਜਾਵੇ, ਫਿਰ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਸਤ ਸੰਗਤ ਵਿੱਚ ਜਾਂਦੇ ਆ ਫਿਰ ਪਤਾ ਚੱਲਦਾ ਕਿ ਇੱਥੇ ਉੱਚੇ ਤੇ ਨੀਵੇਂ ਦੀ ਕੋਈ ਥਾਂ ਨਹੀਂ, ਇੱਥੇ ਸਭ ਨੂੰ ਬਰਾਬਰਤਾ ਦਾ ਹੱਕ ਹੈ। ਇੱਥੇ ਬੰਦਗੀ ਕਰਨ ਵਾਲਿਆਂ ਦੀ ਥੋੜ ਕੋਈ ਨਹੀਂ, ਇੱਥੇ ਸੇਵਾਦਾਰਾਂ ਦੀ ਥੋੜ ਕੋਈ ਨਹੀਂ। ਕੋਈ ਕਹਿੰਦਾ ਮੇਰੇ ਵਰਗੀ ਕੋਈ ਸੇਵਾ ਨਹੀਂ ਕਰ ਸਕਦਾ, ਇਹ ਵੀ ਹੰਕਾਰ ਬੰਨਿਆ ਹੁੰਦਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਹੇ ਭਾਈ, ਅਸਲ ਵਿੱਚ ਜਿਹੜਾ ਮਨੁੱਖ ਹੈ ਨਾ, ਇਹਦੇ ਅੰਦਰ ਕਈ ਪਾਪ ਨੇ, ਇੱਕ ਨਹੀਂ ਕਰੋੜਾਂ ਹੀ, ਜਿਨ੍ਹਾਂ ਦੇ ਵਿੱਚ ਇਹ ਗੁਲਤਾਨ ਹੋਇਆ, ਬੱਝਾ ਤੁਰਿਆ ਫਿਰਦਾ। ਪਰ ਇਹ ਤਾਂ ਮਿਟਣਗੇ, ਇਹ ਤਾਂ ਛੁੱਟਣਗੇ ਜੇ ਇਹ ਸਾਧ ਸੰਗਤ ਵਿੱਚ ਜਾਏਗਾ। ਸਾਧ ਸੰਗਤ ਵਿੱਚ ਜਾ ਕੇ ਇਹਨੂੰ ਪਤਾ ਚੱਲੇਗਾ ਕਿ ਅਸਲ ਵਿੱਚ ਮੇਰੇ ਤੋਂ ਦੀਵਾ ਕੋਈ ਨਹੀਂ। ਬੜੇ ਬੜੇ ਇੱਥੇ ਦਾਨੀ ਨੇ, ਬੜੇ ਬੜੇ ਇੱਥੇ ਗਿਆਨੀ ਨੇ, ਬੜੇ ਬੜੇ ਧਿਆਨੀ ਨੇ, ਜਿਹੜੇ ਧਿਆਨ ਲਾਉਂਦੇ ਨੇ, ਜਿਹੜੇ ਗਿਆਨ ਹਾਸਲ ਕਰਦੇ ਨੇ। ਸੰਸਾਰ ਦੇ ਉੱਤੇ ਇੱਕ ਨਹੀਂ ਕਈ ਕਰੋੜਾਂ ਨੇ, ਤੇ ਮੇਰੇ ਵਰਗਾ ਕੀ ਹੈ ਇੱਥੇ? ਇਹ ਸਤ ਸੰਗਤ ਤੋਂ ਪਤਾ ਚੱਲਦਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਹੇ ਭਾਈ, ਕੋਟ ਅਪਰਾਧ ਸਾਧ ਸੰਗ ਮਿਟੈ। ਜੋ ਮਨੁੱਖ ਨਾਮ ਜਪਦਾ ਹੈ ਉਸਦੇ ਕਰੋੜਾਂ ਪਾਪ ਮਿਟ ਜਾਂਦੇ ਨੇ, ਪਰ ਸਤ ਸੰਗਤ ਵਿੱਚ ਰਹਿ ਕੇ। ਸੰਤ ਕਿਰਪਾ ਤੇ ਜਮ ਤੇ ਛੁਟੈ। ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਫਿਰ ਜਮਾਂ ਤੋਂ ਬਚ ਜਾਂਦਾ ਹੈ। ਜਦੋਂ ਅੰਤ ਸਮਾਂ ਆਉਂਦਾ ਹੈ, ਜਮਾਂ ਦੀ ਫਾਈ ਗਲ ਵਿੱਚ ਪੈਣੀ ਹੈ, ਫਿਰ ਉਹਦੀ ਜਮਾਂ ਦੀ ਫਾਈ ਜਿਹੜੀ ਉਹ ਖਤਮ ਹੋ ਜਾਂਦੀ ਹੈ, ਉਹਨਾਂ ਤੋਂ ਇਹ ਛੁੱਟ ਜਾਂਦਾ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਜਾ ਕੇ ਮਸਤਕ ਕਰਮ ਪ੍ਰਭ ਪਾਏ। ਭਾਈ, ਜਿਨ੍ਹਾਂ ਦੇ ਮੱਥੇ ਉੱਤੇ ਪ੍ਰਭੂ ਦੇ ਨਾਮ ਦੀ ਬਖਸ਼ਿਸ਼ ਦੇ ਲੇਖ ਲਿਖ ਧਰੇ ਹਨ, ਹੇ ਭਾਈ, ਜਾ ਕੇ ਮਸਤਕ ਕਰਮ ਪ੍ਰਭ ਪਾਏ। ਕਰਮ ਕਹਿੰਦੇ ਨੇ ਬਖਸ਼ਿਸ਼। ਜਿਹਦੇ ਮੱਥੇ ਉੱਤੇ ਪ੍ਰਭੂ ਨੇ ਬਖਸ਼ਿਸ਼ ਦੇ ਲੇਖ ਲਿਖ ਦਿੱਤੇ ਨੇ, ਆਪਣੇ ਨਾਮ ਰੂਪੀ ਬਖਸ਼ਿਸ਼ ਦੇ ਲੇਖ ਲਿਖ ਦਿੱਤੇ ਨੇ, ਇਹ ਭਾਈ ਫਿਰ ਉਹਨਾਂ ਨੂੰ ਹੀ ਇਹ ਬਖਸ਼ਿਸ਼ ਜਿਹੜੀ ਪ੍ਰਾਪਤ ਹੁੰਦੀ ਹੈ। ਤੇ ਸਾਧ ਸਰਣ ਨਾਨਕ ਤੇ ਆਏ। ਇਹ ਭਾਈ, ਉਹ ਮਨੁੱਖ ਫਿਰ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ। ਤਾਂ ਹੀ ਆਉਂਦੇ ਨੇ ਜਦੋਂ ਉਹਦੇ ਮੱਥੇ ਉੱਤੇ ਮਸਤਕ ਉੱਤੇ ਇਹ ਲਿਖਿਆ ਹੋਵੇ। ਹੁਣ ਅਸੀਂ ਆ ਪਿਛਲੇ 48 ਦਿਨਾਂ ਤੋਂ ਲਗਾਤਾਰ ਗੁਰਮਤਿ ਦੀ ਕਲਾਸ ਵਿੱਚ ਜੁੜੇ ਹਾਂ, ਪਰ ਅਸਲ ਵਿੱਚ ਮੁਬਾਰਕ ਹੋਈ ਨੇ ਜਿਨ੍ਹਾਂ ਨੇ ਇਸ ਕਲਾਸ ਦੇ ਵਿੱਚ ਹਿੱਸਾ ਲਿਆ। ਤੇ ਹਿੱਸਾ ਉਹ ਹੀ ਲੈ ਸਕਦੇ ਨੇ ਜਿਨ੍ਹਾਂ ਉੱਤੇ ਬਖਸ਼ਿਸ਼ ਹੋਵੇ, ਜਿਨ੍ਹਾਂ ਨੂੰ ਫਿਰ ਇਸ ਸੰਸਾਰ ਦੇ ਰੁਝੇਵਿਆਂ ਵਿੱਚੋਂ ਪਰਮਾਤਮਾ ਆਪ ਮੁੱਖ ਉਹਦਾ ਮੋੜ ਕੇ ਦੁਨਿਆਵੀ ਵਸਤਾਂ ਵੱਲੋਂ ਤੇ ਸਮਾਂ ਕਢਾਉਂਦਾ ਕਿ ਭਾਈ ਇਹ ਸਾਰੇ ਕੰਮ ਧੰਦੇ ਇੱਥੇ ਰਹਿ ਜਾਣੇ। ਲੋਕ ਸੋਚਦੇ ਨੇ, ਸਮਝਦੇ ਨੇ ਕਿ ਸ਼ਾਇਦ ਇੱਕ ਦਿਨ ਇਹ ਕੰਮ ਖਤਮ ਹੋ ਜਾਣ ਤੇ ਮੈਂ ਫਿਰ ਨਾਮ ਜਪਾਂਗਾ। ਪਰ ਜਿਹੜਾ ਇਸ ਕੰਮ ਦੇ ਵਿੱਚ ਖਚਤ ਹੋ ਗਿਆ ਨਾ, ਤੁਰਿਆ ਗਿਆ, ਫਿਰ ਉਹ ਪ੍ਰਮਾਤਮਾ ਨੂੰ ਹੋਰ ਖੁਆਰ ਕਰਦਾ, ਹੋਰ ਉਸ ਪਾਸੇ ਵੱਲ ਨੂੰ ਤੋਰਦਾ। ਪਰ ਜਿਹੜਾ ਮਨੁੱਖ ਥੋੜਾ ਜਿਹਾ ਉਪਰਾਲਾ ਕਰਦਾ, ਉਦਮ ਕਰਦਾ ਨਾ,
ਮਾਨੋ ਅਸੀਂ ਅਹਿਮਦਾਬਾਦ ਜਾਣਾ ਹੋਵੇ ਨਾ, ਤੇ ਜੇ ਅਸੀਂ ਉਦਮ ਕਰਾਂਗੇ ਤੇ ਫਿਰ ਉਹ ਪ੍ਰਮਾਤਮਾ ਵੀ ਮਦਦ ਕਰੇਗਾ, ਤੇ ਸਾਡਾ ਫਿਰ ਸਰੀਰ ਸਾਥ ਦੇਗਾ ਜਦੋਂ ਅਸੀਂ ਉਦਮ ਕਰਾਂਗੇ। ਤੇ ਜੇ ਮਨ ਹੀ ਨਿਢਾਲ ਹੋ ਗਿਆ, ਮਨ ਨੇ ਕਿਹਾ ਵੀ ਛੱਡ ਖਹਿੜਾ ਭਈ, ਕਿੱਥੇ ਉੱਠ ਕੇ ਚੱਲਾਂਗੇ, ਇੱਥੋਂ ਫੋਨ ਤੇ ਗੱਲ ਕਰ ਲੈਂਦੇ ਆ, ਕੰਮ ਆਪਣਾ ਹੋ ਜਾਣਾ, ਕਾਰੋਬਾਰ ਆਪਣਾ ਚੱਲ ਜਾਣਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਭਾਈ, ਇਸ ਸੰਸਾਰ ਦੇ ਉੱਤੇ ਐਸੇ ਮਨੁੱਖ ਅਵੇਸਲੇ ਜਿਹੜੇ ਨੇ, ਉਹ ਅਵੇਸਲੇ ਮਨੁੱਖ ਜਿਹੜੇ ਨੇ ਇਸ ਧਰਤੀ ਦੇ ਉੱਤੇ ਉਹ ਬੈਠੇ ਰਹਿੰਦੇ ਨੇ, ਪਰ ਉਹਨਾਂ ਦੇ ਫਿਰ ਉਹਦੀ ਬਖਸ਼ਿਸ਼ ਨਹੀਂ ਹੁੰਦੀ, ਉਹਦੀ ਰਹਿਮਤ ਨਹੀਂ ਹੁੰਦੀ। ਪਰ ਜਿਨ੍ਹਾਂ ਦੇ ਉੱਤੇ ਰਹਿਮਤ ਹੋ ਜਾਵੇ, ਫਿਰ ਉਹਨਾਂ ਦੇ ਮੱਥੇ ਉੱਤੇ ਜਿਹੜੇ ਨੇ ਉਹ ਚੰਗੇ ਲੇਖ ਉੱਗੜ ਪੈਂਦੇ ਨੇ, ਉਹਨੂੰ ਬਖਸ਼ਿਸ਼ ਮਿਲ ਜਾਂਦੀ ਹੈ ਪ੍ਰਭੂ ਦੇ ਨਾਮ ਦੀ, ਤੇ ਉਹ ਫਿਰ ਮਨੁੱਖ ਇਸ ਧਰਤੀ ਦੇ ਉੱਤੇ ਉਹਦੀ ਸ਼ਰਨ ਵਿੱਚ ਰਹਿ ਕੇ ਸਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਾ ਹੈ। ਜੇ ਬਾਣੀ ਪੜ੍ਹਨੀ ਆ ਜਾਵੇ ਤੇ ਫਿਰ ਉਹ ਬਾਣੀ ਪੜ੍ਹਦਾ ਹੈ, ਨਿਤਨੇਮ ਕਰਦਾ ਹੈ, ਗੁਰੂ ਘਰ ਦੇ ਵਿੱਚ ਹਾਜ਼ਰੀ ਲਾਉਂਦਾ ਜਦੋਂ ਸਮਾਂ ਬਣੇ। ਭਾਈ ਉਹ ਫਿਰ ਜਦੋਂ ਕਿਤੇ ਸੁਭਾਗ ਮਿਲੇ ਸਤ ਸੰਗਤ ਕਰਨ ਦਾ, ਕੋਈ ਸਤ ਸੰਗਤ ਦਾ ਜੋੜ ਮੇਲਾ ਹੋਵੇ, ਤੇ ਫਿਰ ਉਹ ਵੇਸਲਾ ਨਹੀਂ ਹੁੰਦਾ, ਉੱਠ ਕੇ ਦੌੜ ਕੇ ਆਉਂਦਾ, ਮੇਰੇ ਗੁਰੂ ਦੀ ਗੱਲ ਹੈ ਭਾਈ, ਗੁਰੂ ਦੀ ਗੱਲ ਸੁਣਨ ਵਾਸਤੇ ਆਉਂਦਾ। ਹੁਣ ਇੱਕ ਛੋਟਾ ਜਿਹਾ ਸਾਡੇ ਕੋਲ ਬਹਾਨਾ ਬਣ ਗਿਆ, ਭਈ ਕਰੋਨਾ ਹੈ, ਕਰੋਨਾ ਹੈ, ਬਿਮਾਰੀ ਆ ਗਈ ਨਾ, ਤੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਫਿਰ ਇਹ ਘਰ ਵਿੱਚ ਵੜ ਕੇ ਬੈਠ ਗਿਆ। ਪਰ ਜਦੋਂ ਮਨ ਦੀ ਮੱਤ ਆਖੀ ਤੇ ਹੁਣ ਕਾਰੋਬਾਰਾਂ ਵਾਸਤੇ ਦੌੜਾ ਫਿਰਦਾ ਹੈ, ਉਦੋਂ ਕਰੋਨੇ ਦਾ ਡਰ ਨਹੀਂ। ਫਿਰ ਇਹ ਜਦੋਂ ਰੇਹੜੀਆਂ ਉੱਤੇ ਜਾ ਕੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਂਦਾ ਏ, ਕਦੀ ਗੋਲ ਗੱਪੇ, ਕਦੀ ਬਰਗਰ, ਕਦੀ ਕਈ ਪ੍ਰਕਾਰ ਦੀਆਂ ਵਸਤਾਂ ਇਹਦੇ ਵਾਸਤੇ ਬਾਜ਼ਾਰ ਵਿੱਚ ਨੇ, ਤੇ ਅਸੀਂ ਤੱਕਦੇ ਹਾਂ ਉਸ ਬਾਜ਼ਾਰ ਦੇ ਵਿੱਚ ਲੈਣਾ ਲੱਗੀਆਂ ਨੇ ਉਸ ਰੇਹੜੀਆਂ ਉੱਤੇ, ਉੱਥੇ ਕਰੋਨਾ ਨਹੀਂ ਭਈ ਆਇਆ। ਕਰੋਨਾ ਕਿੱਥੇ ਆ ਗਿਆ? ਧਾਰਮਿਕ ਸਥਾਨਾਂ ਦੇ ਉੱਤੇ, ਧਰਮ ਸਥਾਨਾਂ ਦੇ ਉੱਤੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਇਹ ਚਿੰਤਾ ਛੱਡ ਦੇ, ਜਿਸ ਦਿਨ ਮੌਤ ਆਉਣੀ ਫਿਰ ਉਹ ਬੈੱਡ ਦੇ ਉੱਤੇ ਪਏ ਨੂੰ ਵੀ ਆ ਜਾਣੀ। ਫਿਰ ਕੋਈ ਸਾਖ ਸੰਬੰਧੀ ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਭਾਈ ਫਿਰ ਸਾਰੇ ਆਸਰੇ ਭੱਜ ਜਾਂਦੇ ਨੇ, ਫਿਰ ਸਾਰੇ ਆਸਰੇ ਟੁੱਟ ਜਾਂਦੇ ਨੇ, ਤੇ ਆਸਰਾ ਜਿਹੜੇ ਦੇਣ ਵਾਲੇ ਸਨ ਉਹ ਵੀ ਤੇਰੇ ਸੱਜਣ ਮਿੱਤਰ ਤੈਨੂੰ ਛੱਡ ਕੇ ਚਲੇ ਜਾਂਦੇ ਨੇ। ਫਿਰ ਕੇਵਲ ਉਸ ਪ੍ਰਮਾਤਮਾ ਦਾ ਨਾਮ ਹੀ ਮਦਦਗਾਰ ਬਣਦਾ ਹੈ। ਡਰ ਨਾ, ਚਿੰਤਾ ਨਾ ਕਰ, ਚਿੰਤਾ ਉਸ ਕਰਤੇ ਨੂੰ ਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ। ਉਹਨੂੰ ਚਿੰਤਾ ਹੈ ਨਾ, ਕਿਉਂ ਚਿੰਤਾ ਕਰਦਾ ਹੈ, ਕਿਸ ਗੱਲ ਦੀ ਚਿੰਤਾ ਕਰਦਾ? ਜਿਸ ਦਿਨ ਮੌਤ ਆਉਣੀ ਉਸ ਦਿਨ ਮਰ ਹੀ ਜਾਣਾ ਹੈ। ਮੈਂ ਆਪਣੇ ਵਿਸ਼ੇ ਤੋਂ ਬਾਹਰ ਨਾ ਜਾਵਾਂ, ਗੁਰੂ ਕੀ ਸੰਗਤ, ਸਾਡੇ ਮਨ ਦੇ ਵਿੱਚ ਇਹ ਭਰਮ ਪਾ ਦਿੱਤਾ ਗਿਆ ਭਈ ਜੇ ਗੁਰਦੁਆਰੇ ਜਾਵਾਂਗੇ ਤੇ ਸਾਨੂੰ ਕਰੋਨੇ ਨੇ ਫੜ ਲੈਣਾ, ਸ਼ਾਇਦ ਸਾਨੂੰ ਬਿਮਾਰੀ ਨਾ ਆ ਜਾਵੇ। ਹਾਂ ਠੀਕ ਹੈ ਭਾਈ, ਜੇ ਕੋਈ ਬਿਮਾਰ ਹੈ ਤੇ ਉਸ ਸਿੱਖ ਸੰਗਤ ਨੂੰ ਚਾਹੀਦਾ ਕਿ ਅਸੀਂ ਜਿਹੜਾ ਵਾ ਉਹ ਘਰ ਵਿੱਚ ਬੈਠ ਕੇ ਆਰਾਮ ਕਰੀਏ, ਕਿਉਂਕਿ ਸਾਡੇ ਜਾਣ ਦੇ ਨਾਲ ਕਿਸੇ ਨੂੰ ਇਹ ਬਿਮਾਰੀ ਲੱਗ ਸਕਦੀ ਹੈ, ਇਸ ਕਰਕੇ ਅਸੀਂ ਪਰਹੇਜ਼ ਕਰੀਏ ਭਾਈ। ਬਾਕੀ ਐਸੀ ਕੋਈ ਗੱਲ ਨਹੀਂ, ਜੇ ਉਹ ਚਾਹੇ ਤੇ ਉਹ ਤਪਦੀ ਅੱਗ ਦੇ ਵਿੱਚੋਂ ਵੀ ਬਚਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਇਹ ਭਾਈ, ਇਸ ਕਰਕੇ ਭਰਮ ਨਾ ਕਰ, ਜੇ ਤੂੰ ਉਹਦੇ ਉੱਤੇ ਡੋਰ ਸੁੱਟੇਗਾ ਉਹ ਫਿਰ ਆਪਣੀ ਬਖਸ਼ਿਸ਼ ਤੇਰੇ ਲੇਖਾਂ ਵਿੱਚ ਲਿਖ ਦੇਵੇਗਾ, ਤੇ ਜਦੋਂ ਉਹਦੀ ਬਖਸ਼ਿਸ਼ ਤੇਰੇ ਲੇਖਾਂ ਵਿੱਚ ਲਿਖੀ ਗਈ ਤੇ ਫਿਰ ਤੂੰ ਉਹਦੀ ਸ਼ਰਨ ਵਿੱਚ ਆ ਜਾਵੇਂਗਾ। ਉਹਦੀ ਸ਼ਰਨ ਪਿਆ ਫਿਰ ਮਨੁੱਖ, ਨਾ ਉਹਨੂੰ ਡਰ ਆਉਂਦਾ, ਨਾ ਉਹਨੂੰ ਇਸ ਧਰਤੀ ਦੇ ਉੱਤੇ ਦੁੱਖ ਰੋਗ ਕੋਈ ਉਹਨੂੰ ਪਾਉਂਦਾ ਨਹੀਂ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਅਖੀਰਲੇ ਪਦੇ ਵਿੱਚ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਹਨ? ਜਿਸ ਮਨ ਬਸੈ ਸੁਨੈ ਲਾਇ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਇਹ ਭਾਈ, ਜਿਸ ਮਨੁੱਖ ਦੇ ਮਨ ਵਿੱਚ ਨਾਮ ਵਸਦਾ ਹੈ ਨਾ, ਜੋ ਪ੍ਰੀਤ ਲਾ ਕੇ ਨਾਮ ਸੁਣਦਾ ਹੈ, ਜਿਸ ਮਨ ਬਸੈ, ਮਨ ਵਿੱਚ ਨਾਮ ਵਸਦਾ ਹੈ, ਤੇ ਸੁਨੈ ਲਾਏ ਪ੍ਰੀਤ, ਸੁਣ ਕੇ ਫਿਰ ਨਾਮ ਦੇ ਨਾਲ ਪ੍ਰੀਤ ਪੜਾਉਂਦਾ ਹੈ। ਫਿਰ ਤਿਸ ਜਨ ਆਵੈ ਹਰ ਪ੍ਰਭ ਚੀਤ, ਫਿਰ ਉਸ ਮਨੁੱਖ ਨੂੰ ਸਦਾ ਪ੍ਰਮਾਤਮਾ ਪ੍ਰਭੂ ਚੇਤੇ ਆਉਂਦਾ ਹੈ, ਯਾਦ ਰਹਿੰਦਾ ਹੈ। ਤੇ ਅੱਗੇ ਆ ਗਿਆ ਨਾ, ਫਿਰ ਸਤਿਗੁਰੂ ਜੀ ਕਹਿੰਦੇ ਨੇ ਜਨਮ ਮਰਨ ਤਾਕਾ ਦੁੱਖ ਨਿਵਾਰੈ। ਫਿਰ ਜਿਹੜਾ ਇਹ ਜੰਮਣ ਮਰਨ ਦਾ ਕਸ਼ਟ ਹੈ ਨਾ, ਜਿਹੜਾ ਮਨੁੱਖ ਦੇ ਉੱਤੇ ਪਿਆ ਹੋਇਆ ਕਿ ਇਹ ਮਰ ਜਾਂਦਾ, ਇਹ ਜੰਮ ਜਾਂਦਾ, ਇਹ ਮਰ ਜਾਂਦਾ, ਇਹ ਜਨਮ ਮਰਨ ਦਾ ਜਿਹੜਾ ਦੁੱਖ ਹੈ ਭਾਈ, ਇਹ ਕੱਟਿਆ ਜਾਂਦਾ ਹੈ। ਦੁਰਲਭ ਦੇਹ ਤਤਕਾਲ ਉਧਾਰੈ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਉਹ
ਇਸ ਦੁਰਲਭ ਮਨੁੱਖਾ ਸਰੀਰ ਨੂੰ ਇਸ ਧਰਤੀ ਦੇ ਉੱਤੇ ਫਿਰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਦੁਰਲਭ ਦੇਹ ਤਤਕਾਲ ਉਧਾਰੈ। ਫਿਰ ਉਹ ਇਸ ਧਰਤੀ ਦੇ ਇਸ ਧਰਤੀ ਦੇ ਉੱਤੇ ਆਪਣੇ ਸਰੀਰ ਨੂੰ, ਭਾਵ ਉਸ ਮਨੁੱਖ ਸਰੀਰ ਨੂੰ ਜਿਹੜਾ ਵਾ ਵਿਕਾਰਾਂ ਤੋਂ ਬਚਾ ਦਿੰਦਾ ਹੈ। ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ। ਹੁਣ ਇੱਥੇ ਬਾਣੀ ਸ਼ਬਦ ਨਹੀਂ ਪੜ੍ਹਨਾ, ਇੱਥੇ ਬਾਣੀ ਹੈ। ਬੱਬੇ ਨੂੰ ਕੰਨਾ, ਨੰਨੇ ਨੂੰ ਸਿਹਾਰੀ, ਬਾਣੀ ਅਣਾਣਾ ਨਹੀਂ ਹੈ, ਬਾਣੀ ਨਹੀਂ। ਅਰਥ ਬਾਣੀ ਆਏਗਾ, ਪਰ ਬਾਣੀ ਸ਼ਬਦ ਬਾਣੀ ਲਿਖਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਭਾਈ ਜਿਹੜੀ ਉਸ ਦੀ ਸੋਭਾ ਹੈ ਉਹ ਬੇਦਾਗ ਹੈ, ਨਿਰਮਲ ਸੋਭਾ। ਅੰਮ੍ਰਿਤਤਾ ਕੀ ਬਾਣੀ, हे ਭਾਈ ਉਸ ਦੀ ਬਾਣੀ ਜਿਹੜੀ ਹੈ, ਨਾਮ ਜਿਹੜਾ ਹੈ ਅੰਮ੍ਰਿਤ ਰੂਪੀ ਹੈ, ਉਹ ਅੰਮ੍ਰਿਤ ਦੇ ਨਾਲ ਭਰਪੂਰ ਹੈ। ਉਹਦੀ ਜਿਹੜੀ ਸੋਭਾ ਹੈ ਉਹ ਬੇਦਾਗ ਹੈ, ਨਿਰਮਲ ਹੈ, ਮਲ ਤੋਂ ਰਹਿਤ ਹੈ। ਏਕ ਨਾਮ ਮਨ ਮਾਹੀ ਸਮਾਨੀ। हे ਭਾਈ ਇਸ ਧਰਤੀ ਦੇ ਉੱਤੇ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਫਿਰ ਵਸਿਆ ਰਹਿੰਦਾ ਹੈ। ਦੁਖ ਰੋਗ ਬਿਨਸੀ ਪੈ ਪਰਮ। ਉਹਦੇ ਅੰਦਰ ਦੇ ਫਿਰ ਜਿਹੜੇ ਦੁੱਖ ਨੇ, ਰੋਗ ਨੇ, ਡਰ ਨੇ, ਤੇ ਜਿਹੜਾ ਮਨ ਦੇ ਅੰਦਰ ਵਹਿਮ ਹੈ ਨਾ ਸਭ ਤੋਂ ਵੱਡਾ, ਉਹ ਵਹਿਮ ਫਿਰ ਉਹਦਾ ਨਾਸ ਹੋ ਜਾਂਦਾ ਹੈ, ਦੂਰ ਹੋ ਜਾਂਦਾ ਹੈ, ਜਿਹਦੇ ਅੰਦਰ ਪ੍ਰਭੂ ਦਾ ਸੱਚ ਨਾਮ ਵਸ ਜਾਂਦਾ ਹੈ। ਸਾਧ ਨਾਮ ਨਿਰਮਲਤਾ ਕੇ ਕਰਮ। ਗੁਰੂ ਸਾਹਿਬ ਕਹਿੰਦੇ ਨੇ, हे ਭਾਈ ਇਸ ਸੰਸਾਰ ਦੇ ਉੱਤੇ ਉਹਦੇ ਨਿਰਮਲ ਕਰਮਾਂ ਕਰਕੇ ਲੋਕ ਉਹਨੂੰ ਫਿਰ ਸਾਧ ਸਾਧ ਕਹਿਣ ਲੱਗ ਪੈਂਦੇ ਨੇ। ਸਾਧ ਨਾਮ ਨਿਰਮਲਤਾ ਕੀ ਕਰਮ। ਉਹ ਇਸ ਸੰਸਾਰ ਦੇ ਉੱਤੇ ਵਿਕਾਰਾਂ ਤੋਂ ਰਹਿਤ ਹੈ, ਤੇ ਲੋਕ ਫਿਰ ਉਹਨੂੰ ਕਹਿਣ ਲੱਗ ਪੈਂਦੇ ਨੇ ਕਿ ਇਹ ਸਾਧ ਹੈ, ਭਾਵ ਇਹ ਸਾਧਨਾ ਕਰਦਾ ਹੈ, ਪ੍ਰਭੂ ਦਾ ਨਾਮ ਜਪਦਾ ਹੈ, ਇਹ ਕਿਰਤ ਵਿਰਤ ਕਰਕੇ ਧਰਮ ਦੀ ਖੱਟ ਖਵਾਲਣ ਆਪ ਲੈ ਕੇ ਆਉਂਦਾ ਹੈ, ਤੇ ਫਿਰ ਆਪ ਉਸ ਪ੍ਰਭੂ ਦਾ ਨਾਮ ਜਪਦਾ ਹੈ। ਤੇ ਲੋਕ ਕਹਿੰਦੇ ਨੇ ਕਿ ਇਹ ਹੁਣ ਸਾਧ ਹੋ ਗਿਆ। ਇਹ ਨਹੀਂ ਵੀ ਘਰ-ਬਾਰ ਤਿਆਗ ਕੇ ਭਈ ਗ੍ਰਸਥ ਜੀਵਨ ਵਿੱਚ ਰਹਿੰਦੇ ਆਇਆ, ਗੁਰੂ ਸਾਹਿਬ ਕਹਿੰਦੇ ਨੇ ਫਿਰ ਉਹਦਾ ਜਿਹੜਾ ਨਾਮ ਹੈ ਲੋਕ ਸਾਧ ਲੈਣ ਲੱਗ ਪੈਂਦੇ ਨੇ। ਅਖੀਰ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਏ ਗੁਣ ਨਾਮ ਸੁਖਮਣੀ। ਗੁਰੂ ਸਾਹਿਬ ਕਹਿੰਦੇ ਨੇ, हे ਭਾਈ ਇਸ ਧਰਤੀ ਦੇ ਉੱਤੇ ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ ਜਿਹਦੇ ਅੰਦਰ ਗੁਣ, ਪ੍ਰਮਾਤਮਾ ਦੇ ਨਾਮ ਦੇ ਗੁਣ ਸਮਾ ਜਾਣ। ਤੇ ਜਿਹੜਾ ਮਨੁੱਖ ਇਹਨਾਂ ਗੁਣਾਂ ਦੇ ਵਿੱਚ ਸਮਾ ਜਾਂਦਾ ਹੈ, ਗੁਰੂ ਸਾਹਿਬ ਕਹਿੰਦੇ ਨੇ ਕਿ हे ਭਾਈ ਸਭ ਤੇ ਉੱਚ ਤਾਕੀ ਸੋਭਾ ਬਣੀ। ਫਿਰ ਉਹਦੀ ਇਸ ਸੰਸਾਰ ਦੇ ਉੱਤੇ ਸੋਭਾ ਹੁੰਦੀ ਹੈ, ਲੋਕ ਉਹਦੀ ਵਡਿਆਈ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ हे ਭਾਈ ਇਸ ਧਰਤੀ ਦੇ ਉੱਤੇ ਲੋਕ ਉਹਨਾਂ ਦੀ ਉਸਤਤ ਕਰਦੇ ਹਨ। ਸੋ ਅੱਜ ਦਾ ਇਹ ਪਾਵਨ ਜੋ ਸ਼ਬਦ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਇਹ ਅਖੀਰਲੀ ਅਸ਼ਟਪਦੀ ਜਿਹੜੀ ਅਸੀਂ ਸਰਵਣ ਕੀਤੀ ਹੈ, ਮੈਂ ਚਾਹੁੰਦਾ ਹਾਂ ਆਪ ਜੀ ਦੇ ਮਾਈਕ ਜਿਹੜੇ ਨੇ ਅਨਮਿਊਟ ਕਰ ਦਿੱਤੇ ਗਏ ਹਨ। ਇੱਕ ਵਾਰ ਸਾਰੀ ਸੰਗਤ ਆਪੋ ਆਪਣੇ ਮਾਈਕ ਜਿਹੜੇ ਨੇ ਅਨਮਿਊਟ ਕਰਕੇ ਇਹ ਜਿਹੜੀ ਪੰਕਤੀ ਹੈ ਅਖੀਰ ਵਾਲੀ, ਇਹ ਸਾਰੇ ਰਲ ਕੇ ਪੜ੍ਹੀਏ, ਉਚਾਰਨ ਕਰੀਏ। ਬੇਨਤੀ ਹੈ ਕਿ ਸੰਗਤਾਂ ਨੂੰ ਤੁਹਾਡੇ ਜਿਹੜੇ ਜ਼ੂਮ ਐਪ ਚੱਲ ਰਿਹਾ ਉਹਦੇ ਉੱਤੇ ਮਾਈਕ ਹੈ, ਮਾਈਕ ਨੂੰ ਟੱਚ ਕਰੋਗੇ ਤੁਹਾਡੇ ਮਾਈਕ ਜਿਹੜੇ ਨੇ ਉਹ ਆਨ ਹੋ ਜਾਣਗੇ। ਮੈਂ ਆਪ ਜੀ ਦੇ ਮਾਈਕ ਅਨਮਿਊਟ ਕਰ ਦਿੱਤੇ ਹਨ। ਆਪ ਉਹਨਾਂ ਮਾਈਕਾਂ ਨੂੰ ਜੋ ਰੈੱਡ ਦਿਖ ਰਹੇ ਨੇ ਮਾਈਕ ਦੇ ਉੱਤੇ ਨਿਸ਼ਾਨ ਹੈ, ਉਹ ਨਿਸ਼ਾਨ ਹਟਾਓਗੇ ਤੇ ਮਾਈਕ ਆਨ ਹੋ ਜਾਵੇਗਾ। ਅਸੀਂ ਸਾਰੀ ਸੰਗਤ ਜਿਹੜਾ ਰਲ ਕੇ ਇੱਕ ਵਾਰੀ ਉਚਾਰਨ ਕਰੀਏ ਜੀ, ਸਭ ਤੇ ਊਚ ਬਣੀ, ਨਾਨਕ ਨਾਮ ਸੁਖਮਣੀ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਨਾਮ ਸੁਖਮਣੀ। ਬਹੁਤ ਬਹੁਤ ਧੰਨਵਾਦ ਆਪ ਸਭ ਸੰਗਤਾਂ ਦਾ, ਜਿਨ੍ਹਾਂ ਨੇ ਬੜੇ ਹੀ ਅਦਭੁਤ ਤੇ ਸਤਿਕਾਰ ਦੇ ਨਾਲ ਲਗਾਤਾਰ ਇੰਨੇ ਦਿਨ ਜਿਹੜੇ ਆ ਉਹ ਪਾਵਨ ਬਾਣੀ ਦੇ ਅਰਥ ਸਰਵਣ ਕੀਤੇ ਹਨ। ਫਿਰ ਵੀ ਕੋਈ ਵਿਚਾਰ ਕਰਦਿਆਂ, ਅਸੀਂ ਅਲਪ ਬੁੱਧੀ ਜੀਵ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਿਕ ਨੇ, ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ,
ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਕਿਸੇ ਵੀ ਪ੍ਰਕਾਰ ਦੀ ਇਸ ਪਾਵਨ ਬਾਣੀ ਦੇ ਵਿੱਚੋਂ ਕੋਈ ਵੀ ਵਿਚਾਰ ਹੋਵੇ ਤੇ ਤੁਸੀਂ ਇਸ ਗਰੁੱਪ ਦੇ ਵਿੱਚ ਜਾ ਕੇ ਜਿਹੜੇ ਐਡਮਿਨ ਨੇ ਉਹਨਾਂ ਵਿੱਚੋਂ ਸਾਡੇ ਨਾਮ ਨੇ 3 ਜਾਣਿਆਂ ਦੇ, ਭਾਈ ਪਰਮਜੀਤ ਸਿੰਘ ਜੀ, ਭਾਈ ਲਖਬੀਰ ਸਿੰਘ ਜੀ ਦੀ ਦਾਸ ਸ਼ਿਵਤਾਰ ਸਿੰਘ, ਆਪ ਉਹਨਾਂ ਦੇ ਨਾਲ ਸੰਪਰਕ ਕਰਕੇ ਕਿਸੇ ਵੀ ਪ੍ਰਕਾਰ ਦੇ ਕੋਈ ਸਵਾਲ ਹੋਵੇ, ਕਿਸੇ ਵੀ ਪ੍ਰਕਾਰ ਦਾ ਕੋਈ ਸ਼ੰਕਾ ਹੋਵੇ, ਉਹ ਤੁਸੀਂ ਜਿਹੜਾ ਵਾ ਪੁੱਛ ਸਕਦੇ ਜੇ ਕਿਸੇ ਵਿਸ਼ਰਾਮ ਦੀ ਗਲਤੀ ਹੋਵੇ ਜਾਂ ਉਚਾਰਨ ਦੀ ਗਲਤੀ ਹੋਵੇ ਉਹ ਪੁੱਛ ਸਕਦੇ ਜੇ। ਸਮਾਂ ਬਣੇ ਤੇ ਇਸੇ ਕਲਾਸਾਂ ਨੂੰ ਅਸੀਂ YouTube ਦੇ ਉੱਤੇ ਜਿਹੜਾ ਵਾ ਰੱਖਿਆ ਹੋਇਆ, ਤੁਸੀਂ ਉਹ YouTube ਦੇ ਉੱਤੇ ਜਾ ਕੇ ਵੀ ਗੁਰਦੁਆਰਾ ਸਾਹਿਬ ਦਾ ਜਿਹੜਾ YouTube ਪੇਜ ਹੈ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਣੀ, ਜਿਸ ਤਰ੍ਹਾਂ Facebook ਦਾ ਪੇਜ ਹੈ ਇਸੇ ਤਰ੍ਹਾਂ YouTube ਦਾ ਪੇਜ ਹੈ, ਉਹਦੇ ਉੱਤੇ ਜਾ ਕੇ ਵੀ ਤੁਸੀਂ ਕਲਾਸਾਂ ਦੁਬਾਰਾ ਸਰਵਣ ਕਰ ਸਕਦੇ ਹੋ। ਸੋ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਸ ਹੈ ਕਿ ਦਾਸਰਿਆਂ ਪਾਸੋਂ ਹੋਈਆਂ ਭੁੱਲਾਂ ਗੁਰੂ ਸਾਹਿਬ ਨਾ ਚਿਤਾਰਦੇ ਹੋਏ ਆਪ ਸਭ ਸੰਗਤਾਂ ਉਹਨਾਂ ਗਲਤੀਆਂ ਨੂੰ ਨਾ ਚਿਤਾਰਦਿਆਂ ਹੋਇਆਂ ਮਾਫੀ ਬਖਸ਼ੋਗੇ। ਸੋ ਅੰਤ ਆਪ ਸਭ ਸੰਗਤਾਂ ਨੇ ਇੱਕ ਵਾਰੀ ਫਤਿਹ ਬੁਲਾਉਣੀ ਹੈ, ਫਿਰ ਅਗਲੇਰੀ ਵਿਚਾਰ ਕਰਾਂਗੇ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਕਿ ਕੱਲ ਨੂੰ ਅਸੀਂ ਜੋ ਵੀ ਵਿਚਾਰ ਕਰਨੀ ਹੈ ਉਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੈ। ਵੈਸੇ ਸਾਡੇ ਸਤਿਕਾਰਯੋਗ ਭਾਈ ਲਖਬੀਰ ਸਿੰਘ ਜੀ ਉਹ ਕੱਲ ਪੰਜਾਬ ਤੋਂ ਵਾਪਸ ਪਹੁੰਚ ਰਹੇ ਨੇ। ਕੱਲ ਸ਼ਾਮ ਨੂੰ ਕਲਾਸ ਜਿਹੜੀ ਹੈ ਉਹਨਾਂ ਦੇ ਨਾਲ ਵੀ ਅਸੀਂ ਡਿਸਕਸ ਕਰਾਂਗੇ ਕਿ ਕਿਸ ਬਾਣੀ ਦਾ ਜਿਹੜਾ ਵਾ ਉਹ ਪਾਠ ਤੇ ਉਹਦਾ ਉਚਾਰਨ, ਉਹਦੇ ਅਰਥ ਜਿਹੜੇ ਨੇ ਆਰੰਭ ਕਰਨੇ ਨੇ। ਫਿਰ ਵੀ ਆਪ ਸੰਗਤ ਦਾ ਜੇ ਕੋਈ ਇਸੇ ਦਾ ਕੋਈ ਹੋਏ ਵਿਚਾਰ ਤੇ ਉਹ ਦੱਸ ਸਕਦਾ ਹੈ। ਇੱਕ ਦੋ ਸੱਜਣਾ ਦੇ ਆਏ ਸਨ ਕਿ ਗੁਰਬਾਣੀ ਵਿਆਕਰਨ ਦੁਬਾਰਾ ਕਰਵਾਈ ਜਾਵੇ, ਪਰ ਅਸੀਂ ਚਾਹੁੰਦੇ ਹਾਂ ਕਿ ਸਭ ਸੰਗਤਾਂ ਦਾ ਜਿਹੜਾ ਸਹਿਯੋਗ ਹੈ ਉਸੇ ਦੇ ਅਨੁਸਾਰ ਹੀ ਚੱਲਿਆ ਜਾਵੇ, ਕਿਉਂਕਿ ਗੁਰਬਾਣੀ ਵਿਆਕਰਨ ਕਰਵਾਈ ਹੈ ਉਦੋਂ ਥੋੜ੍ਹੀ ਜਿਹੀਆਂ ਟੈਕਨੀਕਲ ਪ੍ਰੋਬਲਮਾਂ ਸਨ, ਜਿਸ ਕਰਕੇ ਉਹਦੇ ਵਿੱਚ ਸੰਪੂਰਨ ਜਿਹੜੀ ਗੁਰਬਾਣੀ ਦੀ ਵਿਆਕਰਨ ਉਚਾਰਨ ਕਰਵਾਈ ਸੀ, ਜੋ ਕਰਵਾਈ ਸੀ ਵਿਆਕਰਨ, ਉਹਦੇ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਕੱਟ ਹੋਇਆ ਸੀ। ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਕਿਸੇ ਸਮੇਂ ਦੇ ਵਿੱਚ ਜਿਹੜਾ ਵਾ ਉਹਨੂੰ ਦੁਬਾਰਾ ਵਿਚਾਰ ਕਰਕੇ ਤਾਂ ਅਪਲੋਡ ਕਰ ਦਿੱਤਾ ਜਾਵੇ। ਪਰ ਆਪ ਸਭ ਸੰਗਤਾਂ ਨੂੰ ਬੇਨਤੀ ਹੈ, ਹੁਣ ਵੀ ਮੈਂ ਆਪ ਜੀ ਦੇ ਜਿਹੜੇ ਮਾਈਕ ਨੇ ਉਹ ਫਿਰ ਅਨਮਿਊਟ ਕਰ ਦਿੱਤੇ ਹਨ। ਜੇ ਕਿਸੇ ਨੇ ਕੋਈ ਸੁਝਾਅ ਦੇਣਾ ਹੋਵੇ ਤੇ ਉਹ ਪਲੀਜ਼ ਆਪਣੇ ਜਿਹੜੇ ਮਾਈਕ ਨੂੰ ਅਨਮਿਊਟ ਕਰਕੇ ਤੇ ਉਹ ਸਾਨੂੰ ਦੱਸ ਸਕਦਾ ਹੈ। ਬੇਨਤੀ ਹੈ ਆਪ ਜੀ ਦੇ ਸਹਿਯੋਗ ਦੀ ਆਸ ਵਿੱਚ, ਜੇ ਕਿਸੇ ਨੇ ਕੋਈ ਅੱਜ ਦੱਸਣਾ ਹੋਵੇ ਤੇ ਜ਼ਰੂਰ ਦੱਸ ਸਕਦਾ ਹੈ। ਹਾਂਜੀ ਵੀਰ ਜੀ, ਵਾਹਿਗੁਰੂ ਜੀ। ਠੀਕ ਹੈ ਜੀ, ਕਿਉਂਕਿ ਸਾਰਿਆਂ ਦੀ ਭਾਵਨਾ ਹੈ ਕਿ ਜੋ ਵੀ ਅੱਗੇ ਸ਼ੁਰੂ ਹੋਵੇ ਅਸੀਂ ਉਹਦੇ ਵਿੱਚ ਹੀ ਕਲਾਸ ਵਿੱਚ ਹਾਜ਼ਰੀ ਲਵਾਵਾਂਗੇ। ਸੋ ਕੋਸ਼ਿਸ਼ ਕਰਾਂਗੇ ਕਿ ਕੋਈ ਜਿਹੜੀ ਅਸੀਂ ਬਾਣੀ ਨਿਤ ਰੋਜ਼ਾਨਾ ਪੜ੍ਹਦੇ ਹਾਂ ਜਾਂ ਸਾਡੇ ਜ਼ਰੂਰੀ ਹੈ ਉਸ ਬਾਣੀ ਦੀ ਜਿਹੜੀ ਵਿਆਖਿਆ ਸ਼ੁਰੂ ਕੀਤੀ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ। ਅੰਤ ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।